ਤੋਂ ਪਹਿਲਾਂ ਮਨੋਬਿਰਤੀਆਂ ਨੂੰ ਕਰੀਏ ਕਾਗਰ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਨੂੰ ਤੀਸਰੇ ਘਰ ਸੁਲਤਾਨ ਦੇ ਅੰਦਰ ਗਾਉਣ ਦੀ ਹਦਾਇਤ ਸਤਿਗੁਰਾਂ ਨੇ ਕੀਤੀ ਹੈ। ਮੰਗਲਾਚਰਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਅਦੁੱਤੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ, ਜਿਸ ਵਰਗਾ ਹੋਰ ਕੋਈ ਨਹੀਂ ਹੈ ਤੇ ਜਿਸ ਦੀ ਪ੍ਰਾਪਤੀ ਪੂਰੇ ਸਤਿਗੁਰਾਂ ਦੇ ਦੁਆਰਾ ਹੈ, ਸੱਚੇ ਸਤਿਗੁਰੂ ਦੇ ਦੁਆਰਾ ਹੈ। ਜਦੋਂ ਸਤਿਗੁਰੂ ਕਿਰਪਾ ਕਰਦਾ ਹੈ ਤੇ ਮਨੁੱਖ ਦੇ ਜੀਵਨ ਦੇ ਵਿੱਚ ਉਹ ਇੱਕ ਓੰਕਾਰ ਜਿਹੜਾ ਉਹ ਵਰਤ ਜਾਂਦਾ ਹੈ। ਆਪਣੀ ਕੋਈ ਸਮਰੱਥਾ ਨਹੀਂ ਹੈ ਜੀਵ ਦੀ। ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਹਿਰਦੇ 'ਚ ਵਸਦਾ। ਅੱਜ ਦਾ ਸਾਧ ਸੰਗਤ ਜੋ ਪਾਵਨ ਸ਼ਬਦ ਹੈ ਨਾ, ਸਤਿਗੁਰਾਂ ਨੇ ਅਰਦਾਸ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਅਰਦਾਸ ਰੂਪ, ਜਿਵੇਂ ਆਪਾਂ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਦੇ ਹਾਂ ਨਾ, ਅੱਜ ਦਾ ਇਹ ਪਾਵਨ ਸ਼ਬਦ ਵੀ ਅਰਦਾਸ ਹੀ ਹੈ ਉਸ ਵਾਹਿਗੁਰੂ ਦੇ ਅੱਗੇ, ਉਸ ਪਰਮੇਸ਼ਰ ਅਕਾਲ ਪੁਰਖ ਦੇ ਅੱਗੇ। ਸਾਧ ਸੰਗਤ, ਪਹਿਲੀ ਗੱਲ, ਜੀਵ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਉਹ ਵਿਕਾਰੀ ਹੈ, ਪਾਪੀ ਹੈ। ਹਰ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਦਰਸਾਉਣ ਵਾਸਤੇ ਹੀ ਸਾਰਾ ਕੁਝ ਕਰਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਸੰਸਾਰ ਦੇ ਵਿੱਚ ਮਨੁੱਖ ਚੰਗਾ ਦਿਖਾ ਸਕਦਾ ਹੈ, ਆਪਣੇ ਆਪ ਨੂੰ ਕਿਸੇ ਝੂਠ ਦੇ ਪਿੱਛੇ ਲੁਕੋ ਕੇ ਹਰ ਇੱਕ ਨੂੰ ਚੰਗਾ ਬਣ ਕੇ ਦਿਖਾ ਸਕਦਾ ਹੈ। ਪਰ ਜਦੋਂ ਅਧਿਆਤਮਿਕ ਤੌਰ ਤੇ ਗੱਲ ਆਉਂਦੀ ਹੈ, ਜਦੋਂ ਉਸ ਵਾਹਿਗੁਰੂ ਨੂੰ ਮਿਲਣ ਦੀ ਗੱਲ ਆਉਂਦੀ ਹੈ, ਤੇ ਉਦੋਂ ਸਾਧ ਸੰਗਤ ਕਿਸੇ ਪ੍ਰਕਾਰ ਦਾ ਕੋਈ ਝੂਠ ਜਿਹੜਾ ਇਹਨੂੰ ਬਚਾ ਨਹੀਂ ਸਕਦਾ, ਕਿਸੇ ਪ੍ਰਕਾਰ ਦਾ। ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਜੇ ਮਨੁੱਖ ਨੇ ਪ੍ਰਵਾਨ ਹੋਣਾ ਹੈ ਤੇ ਉਹਨੂੰ ਪੂਰਾ ਹੀ ਆਪਣਾ ਆਪਾ ਸਮਰਪਣ ਕਰਨਾ ਪਏਗਾ। ਪੂਰਨ ਤੌਰ ਤੇ ਸਮਰਪਣਾ ਜਿਹੜਾ ਹੈ ਉਹ ਗੁਰੂ ਮੰਗਦਾ ਹੈ। ਪੂਰਨ ਸਮਰਪਣਾ ਹੋ ਜਾਵੇ, ਝੂਠ ਨਹੀਂ। ਜੇ ਜੀਵਨ ਦੇ ਵਿੱਚ ਸਾਧ ਸੰਗਤ ਕੁਝ ਆਦਤਾਂ ਐਸੀਆਂ ਹਨ ਜਿਹੜੀਆਂ ਸਾਡੇ ਕੋਲ ਨਹੀਂ ਵੀ ਛੁੱਟ ਰਹੀਆਂ, ਉਹਨਾਂ ਆਦਤਾਂ ਨੂੰ ਮਨੁੱਖ ਛੱਡੇ ਵੀ ਨਾ ਤੇ ਗੁਰੂ ਅੱਗੇ ਆਣ ਕੇ ਅਰਦਾਸ ਵੀ ਕਰੀ ਜਾਵੇ, ਮਹਾਰਾਜ ਮੈਂ ਬਹੁਤ ਚੰਗਾ ਹੈ ਤੇ ਕਿਰਪਾ ਕਰੋ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਾ ਦਿਓ, ਇਸ ਤਰ੍ਹਾਂ ਗੱਲ ਵੀ ਨਹੀਂ ਬਣਨੀ। ਇਸ ਦਰ ਦੇ ਉੱਤੇ ਸਾਧ ਸੰਗਤ ਤੇ ਮੰਨਣਾ ਪੈਂਦਾ ਹੈ ਕਿ ਮਹਾਰਾਜ ਮੇਰੇ ਵਰਗਾ ਪਾਪੀ ਪਖੰਡੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਹੈ ਤੇ ਤੂੰ ਕਿਰਪਾ ਕਰ ਤੇ ਬਚਾ ਲੈ। ਹਾਂ, ਕਈ ਕਹਿੰਦੇ ਵੀ ਨੇ ਸਤਿਗੁਰੂ ਜੀ ਸਾਡੇ ਵਰਗਾ ਕੋਈ ਪਾਪੀ ਨਹੀਂ, ਸਾਡੇ ਵਰਗਾ ਪਖੰਡੀ ਨਹੀਂ ਹੈ, ਤੇ ਪਰ ਸਾਧ ਸੰਗਤ ਉਹ ਆਪਣੇ ਹਿਰਦੇ ਦੇ ਵਿੱਚੋਂ ਨਹੀਂ ਕਹਿੰਦੇ, ਬਾਹਰੋਂ ਉੱਤੋਂ ਕਹਿੰਦੇ। ਕਿਉਂਕਿ ਜਿਸ ਦਿਨ ਗੱਲ ਅੰਦਰੋਂ ਨਿਕਲੀ ਨਾ ਕਿ ਮਹਾਰਾਜ ਮੈਂ ਬੜਾ ਪਾਪੀ ਹਾਂ, ਬੜਾ ਵਿਕਾਰੀ ਹਾਂ, ਕਿਰਪਾ ਕਰਕੇ ਬਚਾ ਲਓ ਮੈਨੂੰ, ਮੇਰੀ ਤੇ ਕੋਈ ਸਮਰੱਥਾ ਨਹੀਂ ਹੈ, ਤੇ ਉਸ ਦਿਨ ਜੀਵਨ ਦੇ ਵਿੱਚੋਂ ਸਾਧ ਸੰਗਤ ਇਹ ਵਿਕਾਰ ਆਪਣੇ ਆਪ ਹੀ ਚਲੇ ਜਾਣਗੇ। ਕਿਉਂਕਿ ਜਦੋਂ ਉਸ ਵਾਹਿਗੁਰੂ ਨੂੰ ਨੇੜਤਾ ਆ ਗਈ ਆਪਣੇ ਜੀਵਨ ਦੇ ਵਿੱਚ, ਜਦੋਂ ਸਮਝ ਲਿਆ ਕਿ ਉਹ ਨੇੜੇ ਹੈ, ਤੇ ਉਹ ਸਾਡੇ ਹਰ ਇੱਕ ਵਿਕਾਰ ਨੂੰ, ਪਾਪ ਨੂੰ, ਸਾਡੀ ਚੰਗਿਆਈ ਨੂੰ, ਸਾਡੀ ਬੁਰਾਈ ਨੂੰ ਵਾਚਦਾ ਹੈ। ਤੇ ਸਾਧ ਸੰਗਤ ਫਿਰ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨੇੜੇ ਨਹੀਂ ਟੁਕਦਾ, ਫਿਰ ਪਾਪ ਦੂਰ ਹੋ ਜਾਂਦੇ। ਇਸੇ ਕਰਕੇ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਗੁਰਸਿੱਖਾ ਕਹਿ, ਮਿਥਨ ਮੋਹ ਅਗਨ ਸੋਕ ਸਾਗਰ। ਮਿਥਨ ਦਾ ਅਰਥ ਹੁੰਦਾ ਸਾਧ ਸੰਗਤ ਮਿਥਿਆ। ਮਿਥਿਆ ਭਾਵ ਜਿਹੜਾ ਥੋੜ ਚਿਰਾ ਹੋਵੇ, ਨਾਸ਼ਵੰਤ ਹੋਵੇ, ਖਤਮ ਹੋ ਜਾਣ ਵਾਲਾ ਹੋਵੇ, ਉਹਨੂੰ ਮਿਥਿਆ ਕਹਿ ਦਿੰਦੇ ਆ।
ਜਿਹੜੀ ਚੀਜ਼ ਥੋੜ੍ਹੇ ਚਿਰ ਵਾਸਤੇ ਹੋਵੇ। ਮਿਥਨ ਮੋਹ, ਮੋਹ ਦਾ ਅਰਥ ਆਪ ਜੀ ਜਾਣਦੇ ਹੋ, ਆ ਸੰਸਾਰ ਦੇ ਨਾਲ, ਮਾਇਆ ਦੇ ਨਾਲ ਸਾਡਾ ਮੋਹ ਜਿਹੜਾ ਲੱਗਾ ਹੋਇਆ। ਅਗਨ ਸੋਕ ਸਾਗਰ, ਅਗਨ ਅੱਗ ਲੱਗੀ ਹੋਈ ਹੈ ਸਾਡੇ ਸਭਨਾਂ ਦੇ ਅੰਦਰ, ਤ੍ਰਿਸ਼ਨਾ ਦੀ ਅੱਗ ਜਿਹੜੀ ਬੁਝਦੀ ਨਹੀਂ ਪਈ। ਹਰ ਪਦਾਰਥ ਨੂੰ ਇਕੱਠਾ ਕਰਨ ਵਾਸਤੇ ਭੱਜੇ ਫਿਰਦੇ ਹਾਂ। ਫਿਰ ਸੋਕ ਸਤਿਗੁਰਾਂ ਨੇ ਵਰਤਿਆ ਹੈ ਚਿੰਤਾ, ਹਰ ਇੱਕ ਦੇ ਅੰਦਰ ਹੈ। ਕੁਛ ਚਲੇ ਜਾਣ ਦੀਆਂ ਚਿੰਤਾਵਾਂ ਹਨ, ਕੁਛ ਨਹੀਂ ਪ੍ਰਾਪਤ ਹੋਇਆ ਉਹਦੀਆਂ ਚਿੰਤਾ ਹਨ, ਕੁਛ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਹਨ, ਕੀ ਹੋਵੇਗਾ, ਕੀ ਕਰਾਂਗੇ, ਇਹ ਚਿੰਤਾਵਾਂ ਹਨ। ਤੇ ਸਾਗਰ, ਸਤਿਗੁਰੂ ਕਹਿੰਦੇ ਕੋਈ ਥੋੜੀਆਂ ਬਹੁਤੀਆਂ ਚਿੰਤਾਵਾਂ ਜਾਂ ਥੋੜੀ ਬਹੁਤੀ ਅੱਗ ਜਾਂ ਇਹ ਮੋਹ ਜਿਹੜਾ ਹੈ ਥੋੜਾ ਬਹੁਤਾ ਨਹੀਂ ਹੈ, ਭਾਵੇਂ ਕਿ ਮਿਥਿਆ ਹੈ। ਸਤਿਗੁਰੂ ਕਹਿੰਦੇ ਸਾਗਰ ਹੈ, ਸਾਗਰ। ਕਿਉਂਕਿ ਸਾਧ ਸੰਗਤ, ਸਾਗਰ ਆਪ ਜੀ ਜਾਣਦੇ ਹੋ, ਇੱਕ ਪਾਸਾ ਦਿਖਦਾ ਹੈ, ਦੂਸਰਾ ਪਾਸਾ ਪਤਾ ਹੀ ਨਹੀਂ ਕਿੰਨੀ ਦੂਰ ਹੋਵੇ, ਪਾਣੀ ਦਾ ਭਰਿਆ ਸਾਗਰ ਹੋਵੇ। ਸਤਿਗੁਰੂ ਕਹਿੰਦੇ ਸੰਸਾਰ ਗੁਰਸਿੱਖਾ ਇਸੇ ਪ੍ਰਕਾਰ ਹੈ, ਮਿਥਿਆ ਹੈ, ਮਿਥਿਆ ਖਤਮ ਹੋਣ ਵਾਲਾ, ਸਦੀਵੀ ਨਹੀਂ ਰਹਿਣਾ। ਤੇ ਇਹਦੇ ਵਿੱਚ ਮੋਹ ਦਾ ਚਿੱਕੜ ਹੈ, ਅਗਨ ਹੈ, ਵਿਕਾਰਾਂ ਦੀ, ਪਾਪਾਂ ਦੀ, ਤ੍ਰਿਸ਼ਨਾ ਦੀ, ਸੋਕ ਚਿੰਤਾਵਾਂ ਹਨ। ਤੇ ਇਹ ਸਾਗਰ ਨੱਕੋ ਨੱਕ ਭਰਿਆ ਹੋਇਆ। ਤੇ ਅਰਦਾਸ ਹੈ ਅੱਗੇ ਸਤਿਗੁਰਾਂ ਨੇ ਕਰਨ ਦੀ ਇਜਾਜ਼ਤ ਦਿਖਾਈ। ਸਤਿਗੁਰ ਕਹਿੰਦੇ ਜੇ ਵਾਹਿਗੁਰੂ ਜੀ ਭਰਿਆ ਹੋਇਆ ਹੈ ਨੱਕੋ ਨੱਕ, ਵਿਕਾਰੀ ਹਾਂ, ਪਾਪੀ ਹਾਂ, ਸਾਡਾ ਜੀਵਨ ਮੋਹ ਦੇ ਵਿੱਚ ਗ੍ਰਸਤ ਹੈ, ਪਰ ਤਾਰਨਹਾਰ ਵੀ ਤੇ ਤੁਸੀਂ ਹੋ ਨਾ, ਕਰ ਕਿਰਪਾ ਉਦਰ ਹਰ ਨਾਗਰ। ਹੇ ਵਾਹਿਗੁਰੂ ਜੀ, ਨਾਗਰ ਦਾ ਅਰਥ ਹੁੰਦਾ ਹੈ ਪਰਮੇਸ਼ਰ ਅਕਾਲ ਪੁਰਖ ਜੀ, ਕਿਰਪਾ ਕਰਕੇ ਸਾਨੂੰ ਉਦਰ, ਉਦਰ ਦਾ ਅਰਥ ਤਾਰ ਲਵੋ, ਉਧਾਰ ਲਵੋ, ਸਾਨੂੰ ਰਹਿਮਤ ਕਰਕੇ ਸਾਨੂੰ ਬਚਾ ਲਿਓ ਇਸ ਸਾਗਰ ਤੋਂ। ਇਸ ਵਿਕਾਰਾਂ ਤੇ ਪਾਪਾਂ ਦੇ ਸਾਗਰ ਦੇ ਵਿੱਚ ਅਸੀਂ ਡੁੱਬਦੇ ਪਏ ਆ, ਕਿਰਪਾ ਕਰਕੇ ਸਾਨੂੰ ਬਚਾ ਲਓ। ਤੇ ਸਾਧ ਸੰਗਤ, ਤੇ ਅਰਦਾਸ ਉਸ ਗੁਰਸਿੱਖ ਦੇ ਅੰਦਰੋਂ ਨਿਕਲਦੀ ਹੈ ਜਿਹੜਾ ਜੁੜਿਆ ਹੋਵੇਗਾ ਗੁਰੂ ਨਾਲ। ਉੱਤੋਂ ਤੇ ਹਰ ਕੋਈ ਕਹਿ ਦਿੰਦਾ ਹੈ ਕਿ ਮੈਂ ਪਾਪੀ ਹਾਂ, ਵਿਕਾਰੀ ਹਾਂ। ਕਈ ਕਹਿ ਦਿੰਦੇ ਤੁਹਾਡੇ ਚਰਨਾਂ ਦੀ ਧੂੜ ਹੀ ਆ ਨਹੀਂ, ਨਿਮਰਤਾ ਵੀ ਕਈ ਬੜੀ ਵਿਖਾਉਂਦੇ ਆ। ਕਈ ਕਹਿ ਦਿੰਦੇ ਜੀ ਸਾਡੇ ਵਰਗਾ ਕੋਈ ਪਾਪੀ ਨਹੀਂ ਹੈ। ਪਰ ਜੇ ਕਿਤੇ ਉਹਨਾਂ ਨੂੰ ਪਾਪੀ ਕਹਿ ਕੇ ਬੁਲਾ ਲਓ ਤੇ ਸਾਧ ਸੰਗਤ ਗਲ ਪੈਣ ਨੂੰ ਜਾਣਗੇ, ਕਿਉਂਕਿ ਕਹਿਣ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਬਚਾਉਣਹਾਰ ਵੀ ਤੁਸੀਂ ਹੋ, ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ। ਇੱਕ ਨਾ ਸਾਧ ਸੰਗਤ ਬੜਾ ਪਿਆਰਾ ਸ਼ਬਦ ਹੈ ਭਗਤ ਸਧਨਾ ਜੀ ਦਾ। ਭਗਤ ਸਧਨਾ ਜੀ ਨੇ ਨਾ ਸਾਧ ਸੰਗਤ ਉਸ ਪਾਵਨ ਸ਼ਬਦ ਦੇ ਅੰਦਰ 4 ਉਦਾਹਰਨਾਂ ਦਿੱਤੀਆਂ ਉਸ ਵਾਹਿਗੁਰੂ ਨੂੰ ਸੰਬੋਧਨ ਕਰਕੇ। 4 ਉਦਾਹਰਨਾਂ। ਪਹਿਲੀ ਉਹਨਾਂ ਪੁਰਾਣਾਂ ਦੀ ਉਦਾਹਰਨ ਦਿੱਤੀ ਹੈ, ਫਿਰ ਇੱਕ ਬਬੀਹੇ ਦੀ, ਤੇ ਇੱਕ ਉਹਨਾਂ ਨੇ ਗਿੱਦੜ ਤੇ ਸ਼ੇਰ ਦੀ ਉਦਾਹਰਨ ਦਿੱਤੀ ਹੈ, ਤੇ ਇੱਕ ਉਹਨਾਂ ਨੇ ਦਿੱਤੀ ਹੈ ਕਿ ਕੋਈ ਬੰਦਾ ਨਦੀ ਦੇ ਵਿੱਚ ਹੋਵੇ, ਉਹ ਡੁੱਬ ਰਿਹਾ ਹੋਵੇ ਤੇ ਉਹਨੂੰ ਬੇੜੀ ਨਾ ਮਿਲੇ। ਬੜਾ ਸੁੰਦਰ ਸ਼ਬਦ ਹੈ। ਪੁਰਾਣਾ ਦੀ ਉਦਾਹਰਨ ਦੇ ਕੇ ਕਹਿੰਦੇ ਕਿ ਇੱਕ ਵਾਰੀ ਇੱਕ ਰਾਜੇ ਦੀ ਲੜਕੀ ਬੜੀ ਸੁੰਦਰ ਸੀ। ਉਸ ਰਾਜੇ ਨੇ ਐਲਾਨ ਕੀਤਾ ਕਿ ਮੈਂ ਆਪਣੀ ਲੜਕੀ ਵਾਸਤੇ ਜਿਹੜਾ ਵਰ ਹੈ ਉਹ ਵਿਸ਼ਨੂੰ ਨੂੰ ਚੁਣਨਾ। ਉਹਦੀ ਲੜਕੀ ਨੇ ਵੀ ਕਹਿ ਦਿੱਤਾ ਮੈਂ ਵਿਸ਼ਨੂੰ ਨੂੰ ਹੀ ਆਪਣਾ ਪਤੀ ਮੰਨਣਾ ਹੈ। ਜੇ ਵਿਸ਼ਨੂੰ ਭਗਵਾਨ ਆ ਕੇ ਮੇਰੇ ਨਾਲ ਵਿਆਹ ਕਰਾਵੇ, ਮੈਂ ਉਦੋਂ ਬਿਨਾਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਉਸੇ ਹੀ ਸ਼ਹਿਰ ਦੇ ਵਿੱਚ ਇੱਕ ਬੜਾ ਤੇਜ਼ ਇਨਸਾਨ ਰਹਿੰਦਾ ਸੀ, ਮਤਲਬ ਬੜਾ ਚਲਾਕ ਸੀ ਉਹ। ਉਹਨੇ ਸਾਧ ਸੰਗਤ ਵਿਸ਼ਨੂੰ ਦਾ ਭੇਖ ਬਣਾਇਆ, ਉਹਦੇ ਵਰਗਾ ਪਹਿਰਾਵਾ ਪਾ ਕੇ ਉਹਨੇ ਰਾਜੇ ਦੇ ਮਹਿਲਾਂ ਦੇ ਵਿੱਚ ਇੰਟਰ ਹੋਇਆ ਤੇ ਕਹਿ ਦਿੱਤਾ ਕਿ ਮੈਂ ਵਿਸ਼ਨੂੰ ਭਗਵਾਨ ਆ। ਤੇ ਸਾਧ ਸੰਗਤ ਉਸ ਰਾਜੇ ਨੇ ਕਿਹਾ ਵੀ ਤੂੰ ਵਿਸ਼ਨੂੰ ਹੈ ਤੇ ਚੱਲ ਮੈਂ ਆਪਣੀ ਲੜਕੀ ਦਾ ਵਿਆਹ ਕਰ ਦਿੰਦਾ। ਉਹਨੇ ਉਹਦੇ ਨਾਲ ਵਿਆਹ ਕਰ ਦਿੱਤਾ। ਕੁਝ ਸਮੇਂ ਬਾਅਦ ਦੂਸਰੇ ਰਾਜ ਤੋਂ ਰਾਜਾ ਚੜ੍ਹ ਕੇ ਉਹਦੇ ਰਾਜ ਦੇ ਉੱਤੇ ਸਾਧ ਸੰਗਤ ਆ ਗਿਆ ਵੀ ਮੈਂ ਇਸ ਰਾਜ ਤੇ ਵੀ ਆਪਣਾ ਕਬਜ਼ਾ ਕਰ ਲਵਾਂ। ਇੱਧਰ ਜਦੋਂ ਰਾਜੇ ਨੂੰ ਪਤਾ ਲੱਗਾ, ਉਹਨੇ ਕਿਹਾ ਕਿ ਮੈਨੂੰ ਕਿਸ ਗੱਲ ਦੀ ਫਿਕਰ, ਮੇਰਾ ਤੇ ਜਵਾਈ ਜਿਹੜਾ ਵਿਸ਼ਨੂੰ ਹੈ, ਮੇਰਾ ਜਵਾਈ ਵਿਸ਼ਨੂੰ ਹੈ, ਮੈਨੂੰ ਬਚਾ ਲਵੇਗਾ।
ਤੇ ਸਾਧ ਸੰਗਤ ਜਦੋਂ ਉਹਨੂੰ ਪਤਾ ਲੱਗਾ ਉਸ ਚਲਾਕ ਆਦਮੀ ਨੂੰ ਉਹਨੇ ਕੀ ਕੀਤਾ, ਉਹ ਵਿਚਾਰਾ ਡਰ ਗਿਆ ਕਿ ਮੈਂ ਤੇ ਭੇਖੀ ਬਣ ਕੇ ਆਇਆ ਸੀ ਤੇ ਮੈਂ ਤੇ ਚਲਾਕੀ ਦੇ ਨਾਲ ਇਹਦੀ ਜਿਹੜੀ ਬੱਚੀ ਸੀ ਉਹਦੇ ਨਾਲ ਵਿਆਹ ਕਰਵਾਇਆ। ਤੇ ਸਾਧ ਸੰਗਤ ਉਹ ਫਿਰ ਭੱਜ ਗਿਆ ਰਾਤ ਨੂੰ ਮਹਿਲਾਂ ਦੇ ਵਿੱਚੋਂ ਕਿ ਹੁਣ ਤੇ ਕੰਮ ਅੜ ਗਿਆ, ਹੁਣ ਤੇ ਮੈਂ ਫਸ ਗਿਆ ਬੁਰਾ। ਕੱਲ ਨੂੰ ਰਾਜੇ ਨੇ ਮੈਨੂੰ ਵੇਖਿਆ ਕਿ ਇਹ ਤੇ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈਗੀ, ਵਿਸ਼ਨੂੰ ਭਗਵਾਨ ਵਾਲੀ, ਇਹਨੇ ਤੇ ਮਾਰ ਦੇਣਾ ਰਾਜੇ ਨੇ। ਉਹ ਜਦੋਂ ਮਹਿਲਾਂ ਦੇ ਵਿੱਚੋਂ ਨਿਕਲਿਆ ਤੇ ਭੱਜ ਕੇ ਉਹ ਕਿਸੇ ਪਾਸੇ ਨੂੰ ਭੱਜਾ, ਕਿ ਝਾੜੀਆਂ ਆਦਿ 'ਚ ਜਾ ਕੇ ਲੁਕਿਆ। ਉੱਥੇ ਫਿਰ ਸਾਧ ਸੰਗਤ ਕਹਿੰਦੇ ਵਿਸ਼ਨੂੰ ਪ੍ਰਗਟ ਹੋਇਆ ਉਹਦੇ ਸਾਹਮਣੇ। ਉਹਨੇ ਕਿਹਾ ਕਿ ਤੂੰ ਭਾਈ ਮੇਰਾ ਨਾਮ ਲੈ ਕੇ ਇਹਦੀ ਬੱਚੀ ਦੇ ਨਾਲ, ਲੜਕੀ ਦੇ ਨਾਲ ਵਿਆਹ ਕਰਵਾ ਲਿਆ, ਪਰ ਤੂੰ ਹੁਣ ਭੱਜ ਗਿਆ ਹੈ ਤੇ ਕੱਲ ਨੂੰ ਬਦਨਾਮੀ ਮੇਰੀ ਹੋਣੀ ਹੈ ਕਿ ਵਿਸ਼ਨੂੰ ਭੱਜ ਗਿਆ। ਤੈਨੂੰ ਤੇ ਕਿਸੇ ਨੇ ਕੁਝ ਨਹੀਂ ਕਹਿਣਾ, ਸਾਰਿਆਂ ਕਹਿਣਾ ਵਿਸ਼ਨੂੰ ਭੱਜ ਗਿਆ। ਤੇ ਉਹਨੇ ਅੱਗੇ ਕਿਹਾ ਮਹਾਰਾਜ ਮੈਂ ਕਰਾਂ ਕੀ, ਹੁਣ ਮੈਂ ਤੁਹਾਡਾ ਭੇਖ ਤੇ ਬਣਾ ਕੇ ਚਲਾ ਗਿਆ ਸੀ, ਪਰ ਹੁਣ ਮੇਰੇ ਤੇ ਬੜੀ ਵੱਡੀ ਵਿਪਤਾ ਪੈ ਗਈ ਹੈ, ਹੁਣ ਮੇਰੀ ਰੱਖਿਆ ਕੌਣ ਕਰੇਗਾ। ਵਿਸ਼ਨੂੰ ਕਹਿੰਦਾ ਚੱਲ ਤੂੰ ਫਿਕਰ ਨਾ ਕਰ, ਮੈਂ ਤੇਰੀ ਰੱਖਿਆ ਕਰਦਾ। ਉਹ ਵਿਸ਼ਨੂੰ ਫਿਰ ਆਪ ਗਿਆ, ਉਹਨੇ ਉਹਦੀ ਰੱਖਿਆ ਕੀਤੀ। ਉਹ ਜਿਹੜਾ ਦੂਸਰੇ ਦੇਸ਼ ਤੋਂ ਰਾਜਾ ਚੜ੍ਹ ਕੇ ਆਇਆ ਸੀ, ਉਹਦੀ ਸੈਨਾ ਨੂੰ ਉਹਨੇ ਫਿਰ ਹਾਰ ਦਿੱਤੀ ਤੇ ਫਿਰ ਉਹ ਜਿਹੜਾ ਚਲਾਕ ਵਿਅਕਤੀ ਸੀ ਉਹਨੂੰ ਫਿਰ ਉੱਥੇ ਰਾਜੇ ਦੀ ਬੇਟੀ ਦੇ ਕੋਲ ਪਹੁੰਚਾਇਆ। ਇਹ ਉਦਾਹਰਨ ਭਗਤ ਜੀ ਨੇ ਦਿੱਤੀ ਹੈ, ਭਗਤ ਸਧਨਾ ਜੀ ਨੇ। ਉਹਨਾਂ ਲਿਖਿਆ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਤੀ ਵਾਕੀ ਪੈਜ ਸਵਾਰੀ। ਕਹਿੰਦੇ ਬੜਾ ਕਾਮੀ ਸੀ ਉਹ ਬੰਦਾ, ਉਹਦੇ ਕਰਕੇ ਤੁਸੀਂ ਉਹਦੀ ਰੱਖਿਆ ਕੀਤੀ ਹੈ, ਵਿਸ਼ਨੂੰ ਭਗਵਾਨ ਦਾ ਰੂਪ ਹੋ ਕਰਕੇ। ਉਸ ਕਾਮੀ ਮਨੁੱਖ ਦੀ ਜਿਹਨੇ ਭੇਖ ਬਣਾਇਆ ਸੀ। ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਇਹ ਰਹਾਉ ਵਾਲਾ ਬੰਦ ਹੈ। ਕਹਿੰਦੇ ਵਾਹਿਗੁਰੂ ਜੀ, ਗੁਰੂ ਜੀ, ਜਗਤ ਦੇ ਗੁਰੂ ਪਰਮੇਸ਼ਰ ਜੀ, ਤੁਹਾਡੀ ਸ਼ਰਨ ਵਿੱਚ ਆਉਣ ਦਾ ਫਾਇਦਾ ਕੀ ਜੇ ਸਾਡੇ ਕਰਮ ਹੀ ਨਾ ਨਾਸ਼ ਹੋਏ। ਜੇ ਅਸੀਂ ਆਪਣੇ ਪਿਛਲੇ ਕਰਮਾਂ ਦਾ ਢੋਈ ਜਾਈਏ ਸਾਰਾ ਕੁਝ, ਸਾਡੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਹੀ ਨਾ ਹੋਣ, ਫਿਰ ਤੁਹਾਡਾ ਕੀ ਫਾਇਦਾ। ਫਿਰ ਉਹਨਾਂ ਉਦਾਹਰਨ ਦਿੱਤੀ, ਸਿੰਘ ਸਰਨ ਕਤ ਜਾਈਏ ਜਬ ਜੰਬਕ ਗਰਾਸੇ। ਜੰਬਕ ਦਾ ਅਰਥ ਹੁੰਦਾ ਹੈ ਗਿੱਦੜ। ਕਹਿੰਦੇ ਫਿਰ ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ ਜੇ ਬੰਦੇ ਨੂੰ ਗਿੱਦੜ ਹੀ ਖਾ ਜਾਣ। ਕਹਿਣ ਤੋਂ ਭਾਵ ਕਿ ਵਾਹਿਗੁਰੂ ਜੀ ਤੁਸੀਂ ਸ਼ੇਰ ਵਰਗੇ ਹੋ, ਤੁਹਾਡੀ ਸ਼ਰਨ 'ਚ ਜੇ ਅਸੀਂ ਆ ਗਏ ਹਾਂ, ਜੇ ਗੁਰੂ ਜੀ ਤੁਹਾਡੇ ਕੋਲ ਆ ਗਏ ਹਾਂ, ਫਿਰ ਵੀ ਸਾਨੂੰ ਵਿਕਾਰਾਂ ਰੂਪੀ ਗਿੱਦੜ ਖਾ ਜਾਣ ਤੇ ਫਿਰ ਕੀ ਫਾਇਦਾ ਤੁਹਾਡਾ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਕੀ ਫਾਇਦਾ ਹੈ ਤੁਹਾਡੇ ਕੋਲ ਆਉਣ ਦਾ ਜੇ ਸਾਡੇ ਕਰਮ ਹੀ ਨਾ ਨਾਸ਼ ਹੋਏ। ਜੇ ਸ਼ੇਰ ਕੋਲ ਖੜਿਆਂ ਵੀ ਗਿੱਦੜ ਆ ਕੇ ਖਾ ਕੇ ਚਲਾ ਜਾਵੇ ਤੇ ਫਿਰ ਕੀ ਫਾਇਦਾ ਹੈ ਸ਼ੇਰ ਦਾ, ਤੇ ਕੀ ਫਾਇਦਾ ਹੈ ਸਾਡਾ। ਇਸੇ ਪ੍ਰਕਾਰ ਅਗਲੀ ਉਦਾਹਰਨ ਉਹਨਾਂ ਦਿੱਤੀ। ਕਹਿੰਦੇ ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੇ। ਚਾਤਰਿਕ ਬਬੀਆ ਹੁੰਦਾ ਹੈ। ਕਹਿੰਦੇ ਇੱਕ ਬੂੰਦ ਨਾ ਮਿਲੇ ਤੇ ਉਹ ਬਬੀਆ ਮਰ ਜਾਵੇ, ਚਾਤਰਿਕ ਦੁੱਖ ਪਾਵੇ, ਬੜਾ ਦੁਖੀ ਹੋਵੇ, ਵਿਚਾਰਾ ਵਿਲਕਦਾ ਰਵੇ, ਸਵੰਤੀ ਬੂੰਦ ਨਾ ਮਿਲੇ। ਕਹਿੰਦੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ। ਕਹਿੰਦੇ ਫਿਰ ਮਰ ਜਾਵੇ ਬਬੀਹਾ, ਪਾਣੀ ਨੂੰ ਤਰਸਦਾ, ਫਿਰ ਭਾਵੇਂ ਸਾਗਰਾਂ ਦੇ ਸਾਗਰ ਉਹਦੇ ਅੱਗੇ ਲਿਆ ਕੇ ਰੱਖਦੇ, ਉਹਨੂੰ ਕੀ ਫਾਇਦਾ। ਮਰੇ ਹੋਏ ਬਬੀਹੇ ਨੂੰ ਕੀ ਫਾਇਦਾ ਸਾਗਰਾਂ ਦਾ, ਜੇ ਸਵੰਤੀ ਬੂੰਦ ਹੀ ਨਹੀਂ ਉਹਨੂੰ ਮਿਲੀ। ਵਿਚਾਰਾ ਉੱਡਦਾ ਉੱਡਦਾ ਹੀ ਮਰ ਗਿਆ, ਪਿਆਸਾ ਹੀ। ਇਸੇ ਪ੍ਰਕਾਰ ਮੈਂ ਨਾਲ ਨਾਲ ਕਹਿ ਜਾਵਾਂ ਸਾਡੇ ਵਾਸਤੇ ਕੀ ਉਹਨਾਂ ਨੇ ਉਪਦੇਸ਼ ਦਿੱਤਾ। ਕਹਿੰਦੇ ਜੇ ਤੁਹਾਡੇ ਕੋਲ ਵਾਹਿਗੁਰੂ ਆਏ ਆ, ਜੇ ਨਾਮ ਰੂਪੀ ਸਵੰਤੀ ਬੂੰਦ ਹੀ ਨਾ ਦਿੱਤੀ, ਜੇ ਇਸ ਜੀਵਨ ਨੂੰ ਅਸੀਂ ਵਿਅਰਥ ਗਵਾ ਕੇ ਚਲੇ ਗਏ, ਫਿਰ ਫਾਇਦਾ ਕੀ। ਉਸ ਤੋਂ ਬਾਅਦ ਨਾਮ ਦੇਣ ਦਾ ਫਾਇਦਾ ਕੀ ਜੇ ਸਰੀਰ ਦੇ ਵਿੱਚ ਰਹਿੰਦੇ ਹੀ ਤੁਸੀਂ ਸਾਨੂੰ ਬੰਦਗੀ ਦੀ ਦਾਤ ਨਾ ਦਿੱਤੀ। ਅਗਲੀ ਉਦਾਹਰਨ ਦਿੱਤੀ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੋ। ਪ੍ਰਾਣ ਚਲੇ ਜਾਣੇ ਆ ਤੇ ਪ੍ਰਾਣ ਜੋ ਥਾਕੇ ਥਿਰ ਨਹੀਂ, ਇਹ ਥਿਰ ਨਹੀਂ ਹੈ, ਇਹ ਸਰੀਰ 'ਚ ਚਲੇ ਜਾਣੇ। ਕੈਸੇ ਬਰਮਾਵੋ ਬੂੜ ਮੋਏ ਨੌਕਾ ਮਿਲੇ ਕਉ ਕਾਹੇ ਚੜਾਓ। ਕਹਿੰਦੇ ਕੋਈ ਬੰਦਾ ਡੁੱਬ ਰਿਹਾ ਹੋਵੇ ਤੇ ਡੁੱਬਦਾ ਡੁੱਬਦਾ ਉਹ ਆਵਾਜ਼ਾਂ ਦੇਵੇ ਕਿ ਕੋਈ ਬਚਾ ਲਓ ਬਚਾ ਲਓ, ਉਦੋਂ ਕੋਈ ਕਿਸ਼ਤੀ ਨਾ ਆਵੇ, ਫਿਰ ਉਹ ਡੁੱਬ ਜਾਵੇ ਤੇ ਫਿਰ ਉਹ ਹਜ਼ਾਰਾਂ ਕਿਸ਼ਤੀਆਂ ਲਿਆ ਕੇ ਉਹਦੇ ਵਾਸਤੇ ਰੱਖਦੇ, ਉਹਨੂੰ ਕੋਈ ਫਾਇਦਾ ਨਹੀਂ। ਡੂਬ ਮੋਏ ਨੌਕਾ ਮਿਲੇ ਕਉ ਕਾਹੇ ਚੜਾਵੋ। ਕਹਿੰਦੇ ਕਿ ਜੇ ਡੁੱਬਦੇ ਨੂੰ ਮਰਨ ਤੋਂ ਬਾਅਦ ਹੀ
ਮੁਕਤੀ ਮਿਲਣੀ ਹੈ ਵਾਹਿਗੁਰੂ ਜੀ। ਜੇ ਇਹਨਾਂ ਵਿਕਾਰਾਂ ਤੋਂ ਖਹਿੜਾ ਛੁੱਟਣਾ ਹੈ ਮਰਨ ਤੋਂ ਬਾਅਦ ਹੀ, ਫਿਰ ਤੁਹਾਡਾ ਕੀ ਫਾਇਦਾ, ਕੀ ਫਾਇਦਾ। ਇਹੀ ਅਰਦਾਸ ਮਹਾਰਾਜ ਅੱਜ ਕਰਦੇ। ਫਿਰ ਸਦਨਾ ਭਗਤ ਸਦਨਾ ਜੀ ਨੇ ਅਖੀਰ ਤੇ ਕਿਹਾ ਹੈ, ਮੈਂ ਨਾਹੀ ਕਿਛ ਹਉ ਨਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਵਾਹਿਗੁਰੂ ਜੀ, ਇਹ ਇੱਕ ਅਵਸਰ ਹੈ ਸਾਨੂੰ ਦਿੱਤਾ ਹੋਇਆ, ਇਹ ਦਿੱਤਾ ਵੀ ਤੁਸੀਂ ਹੈ। ਆ ਸਾਡਾ ਜੀਵਨ ਹੈ ਨਾ, ਸਾਡਾ ਜੀਵਨ, ਆ ਸਾਡਾ ਸਰੀਰ ਜੋ ਹੈ, ਇਹ ਵਾਹਿਗੁਰੂ ਜੀ ਤੁਸੀਂ ਸਾਨੂੰ ਇੱਕ ਅਵਸਰ ਦਿੱਤਾ ਹੈ। ਪਰ ਇਹਦੇ ਵਿੱਚ ਤੁਹਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਜੇ ਤੁਹਾਡੇ ਦਰ ਤੇ ਆਉਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹੀਏ, ਮਹਾਰਾਜ ਤੁਹਾਡੇ ਦਰ ਤੇ ਆਉਨੇ ਆ ਤੇ ਸਾਡੀ ਲੱਜਪਤ ਵੀ ਤੇ ਤੁਸੀਂ ਰੱਖਣੀ ਆ ਨਾ, ਵਿਕਾਰਾਂ ਤੋਂ ਵੀ ਤੇ ਤੁਸੀਂ ਬਚਾਉਣਾ ਹੈ ਨਾ। ਜੇ ਮਹਾਰਾਜ ਅਸੀਂ ਡੁੱਬ ਗਏ ਵਿਕਾਰਾਂ ਦੇ ਵਿੱਚ, ਉਸ ਤੋਂ ਬਾਅਦ ਜੇ ਸਾਨੂੰ ਮੁਕਤੀ ਦਿਓਗੇ, ਫਿਰ ਕੀ ਫਾਇਦਾ ਮੁਕਤੀ ਦਾ। ਮਰਨ ਤੋਂ ਬਾਅਦ ਮੁਕਤੀ ਦਾ ਕੀ ਫਾਇਦਾ। ਜਿਉਂਦਿਆਂ ਜੀ ਮੁਕਤੀ ਦਿਓ ਮਹਾਰਾਜ, ਵਿਕਾਰਾਂ ਤੋਂ, ਪਾਪਾਂ ਤੋਂ, ਇਸ ਤ੍ਰਿਸ਼ਨਾ ਤੋਂ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਅਸੀਂ ਤੇਰੇ ਬਣ ਕੇ ਆਏ ਆ, ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਇਹੀ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ। ਮਹਾਰਾਜ, ਇਹ ਸਾਗਰ ਭਰਿਆ ਪਿਆ ਹੈ ਵਿਕਾਰਾਂ ਦੇ ਨਾਲ, ਪਾਪਾਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਪਰ ਕਿਰਪਾ ਕਰਨ ਵਾਲੇ ਤੁਸੀਂ ਹੋ। ਉਧਰ ਹਰ ਨਾਗਰ ਰਹਿਮਤ ਕਰਕੇ ਸਾਨੂੰ ਬਚਾ ਲਿਓ। ਚਰਨ ਕਮਲ ਸ਼ਰਨਾਏ ਨਾਰਾਇਣ। ਇਹ ਵਾਹਿਗੁਰੂ ਜੀ, ਤੁਹਾਡੇ ਚਰਨਾ ਕਮਲਾਂ ਦਾ ਆਸਰਾ ਤੱਕਿਆ, ਤੁਹਾਡੀ ਸ਼ਰਨ ਵਿੱਚ ਆਏ ਆ। ਹੇ ਨਾਰਾਇਣ ਨਰ ਆਇਨ, ਆਪ ਜੀ ਨਰਾਂ ਦੇ ਵਿੱਚ ਰਹਿਣ ਵਾਲੇ ਹੋ, ਵਸਣ ਵਾਲੇ ਹੋ ਸਭਨਾਂ ਦੇ ਵਿੱਚ। ਦੀਨਾਨਾਥ ਭਗਤ ਪਰਾਇਣ, ਆਪ ਜੀ ਦੀਨਾਨਾਥ, ਦੀਨਾਂ ਦੇ ਨਾਥ ਹੋ, ਗਰੀਬਾਂ ਦੀ ਰੱਖਿਆ ਕਰਨ ਵਾਲੇ ਪਤੀ ਹੋ। ਭਗਤ ਪਰਾਇਣ, ਭਗਤਾਂ ਦੇ ਪ੍ਰਾਣ ਆਧਾਰ ਹੋ ਆਪ ਜੀ। ਕਿਰਪਾ ਕਰਕੇ ਸਾਨੂੰ ਬਚਾ ਲਿਓ, ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਅਨਾਥਾਂ ਨਾਥ ਭਗਤ ਭੈ ਮੇਟਣ, ਤੁਸੀਂ ਅਨਾਥਾਂ ਦੇ ਨਾਥ ਹੋ, ਜਿਨ੍ਹਾਂ ਦਾ ਕੋਈ ਆਸਰਾ ਨਹੀਂ। ਵਾਹਿਗੁਰੂ ਜੀ, ਤੁਸੀਂ ਉਹਨਾਂ ਦੇ ਆਸਰੇ ਹੋ। ਭਗਤ ਭੈ ਮੇਟਣ, ਤੇ ਜਿਹੜੇ ਤੁਹਾਡੀ ਭਗਤੀ ਕਰਦੇ ਆ, ਜਿਹੜੇ ਤੁਹਾਡੇ ਭਗਤ ਬਣ ਜਾਂਦੇ, ਉਹਨਾਂ ਦਾ ਡਰ ਖਤਮ ਕਰ ਦਿੰਦੇ, ਉਹਨਾਂ ਦਾ ਡਰ ਖਤਮ ਕਰ ਦਿੰਦੇ ਹੋ। ਵਿਕਾਰ ਨਹੀਂ ਉਹਨਾਂ ਦੇ ਨੇੜੇ ਕੋਈ ਆਉਂਦਾ, ਮੌਤ ਨਹੀਂ ਉਹਨਾਂ ਦਾ, ਮੌਤ ਦਾ ਭੈ ਖਤਮ ਹੋ ਜਾਂਦਾ। ਸਾਧ ਸੰਗ ਜਮਦੂਤ ਨਾ ਭੇਟਣ। ਸਤਿਗੁਰੂ ਜੀ, ਮੈਂ ਸੁਣਿਆ ਹੈ ਕਿ ਤੁਹਾਡੀ ਸੰਗਤ ਕਰਨ ਦੇ ਨਾਲ ਜਮਦੂਤ ਨੇੜੇ ਨਹੀਂ ਆਉਂਦੇ। ਕਿਰਪਾ ਕਰਕੇ ਸਾਨੂੰ ਵੀ ਸੰਗਤ ਦੀ ਬਖਸ਼ਿਸ਼ ਕਰ ਦਿਓ, ਤਾਂ ਕਿ ਅਸੀਂ ਵੀ ਜਮਦੂਤਾਂ ਤੋਂ ਬਾਜੀਏ। ਜਮਦੂਤ ਨਾ ਭੇਟਣ, ਭੇਟਣ ਨੇੜੇ ਨਹੀਂ ਆਉਂਦੇ, ਜਮਦੂਤਾਂ ਨਾਲ ਭੇਟ ਨਹੀਂ ਹੁੰਦੀ ਜਿਹੜੇ ਸੰਗਤ ਕਰਦੇ ਆ। ਜੀਵਨ ਰੂਪ ਅਨੂਪ ਦਇਆਲਾ, ਤੁਸੀਂ ਜੀਵਨ ਦੇਣ ਵਾਲੇ ਹੋ ਸਾਨੂੰ ਸਭਨਾਂ ਨੂੰ। ਰੂਪ ਤੁਹਾਡਾ ਰੂਪ ਬੜਾ ਸੁੰਦਰ, ਅਨੂਪ ਤੁਹਾਡਾ ਰੂਪ ਅਨੂਪ ਹੈ, ਬਹੁਤ ਸੁੰਦਰ ਹੋ, ਕਹਿਆ ਨਹੀਂ ਜਾ ਸਕਦਾ। ਦਇਆਲਾ, ਦਇਆਲਤਾ ਦੇ ਘਰ ਹੋ ਤੁਸੀਂ। ਰਮਣ ਗੁਣਾ ਕੱਟੀਐ ਜਮ ਜਾਲਾ। ਸਤਿਗੁਰੂ ਜੀ, ਜਿਹੜਾ ਤੁਹਾਡੇ ਗੁਣਾ ਦੇ ਨਾਲ ਰਮਿਆ ਜਾਂਦਾ ਹੈ, ਉਹਨਾਂ ਦੇ ਤੁਸੀਂ ਜਮ ਜਾਲ ਕੱਟ ਦਿੰਦੇ ਹੋ, ਜਮਾਂ ਦੇ ਜਾਲ ਕੱਟ ਦਿੰਦੇ ਹੋ। ਜਿਹੜੇ ਤੁਹਾਡੇ ਕੋਲ ਬਹਿੰਦੇ ਆ, ਵਿਕਾਰ ਕੱਟ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ ਪਾਪ। ਅੰਮ੍ਰਿਤ ਨਾਮ ਰਸਨ ਨਿਤ ਜਾਪੇ। ਵਾਹਿਗੁਰੂ ਜੀ, ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰੋ ਕਿ ਅਸੀਂ ਇਸ ਰਸਨਾ ਦੇ ਨਾਲ ਆਪ ਜੀ ਦਾ ਅੰਮ੍ਰਿਤ ਰੂਪੀ ਨਾਮ ਨਿਤ ਜਪਦੇ ਰਹੀਏ। ਅੰਮ੍ਰਿਤ ਨਾਮ ਰਸਨ ਨਿਤ ਜਾਪੇ। ਰਸਨਾ ਜੀਵ ਸਾਡੀ ਇਹ ਜੇਬਾ ਨਿੱਤਾ ਪ੍ਰਤੀ ਤੁਹਾਡਾ ਨਾਮ ਜਪਦੀ ਰਵੇ। ਰੋਗ ਰੂਪ ਮਾਇਆ ਨਾ ਵਿਆਪੇ, ਜਿਸ ਦੇ ਨਾਲ ਸਾਨੂੰ ਕੋਈ ਰੋਗ ਜਿਹੜਾ ਹੈ ਉਹ ਨਾ ਲੱਗੇ, ਮਾਇਆ ਸਾਨੂੰ ਨਾ ਵਿਆਪੇ। ਰੋਗ ਰੂਪ ਸਭ ਤੋਂ ਵੱਡਾ ਮਾਇਆ ਦਾ ਰੂਪ ਜਿਹੜਾ ਰੋਗ ਹੈ, ਉਹ ਨਾ ਲੱਗੇ ਸਾਨੂੰ। ਜਪ ਗੋਬਿੰਦ ਸੰਗੀ ਸਭ ਤਾਰੇ। ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਜੀ, ਜਿਹੜਾ ਤੁਹਾਡਾ ਨਾਮ ਜਪਦੇ ਆ, ਗੋਬਿੰਦ ਗੋਬਿੰਦ ਜਪਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਉਹ ਆਪ ਹੀ ਤਰਦੇ, ਨਾਲ ਉਹਨਾਂ ਦੇ ਸੰਗੀ ਵੀ ਤਰ ਜਾਂਦੇ ਆ, ਉਹਨਾਂ ਦੇ ਕੋਲ ਬੈਠਣ ਵਾਲੇ ਵੀ ਤਾਰੇ ਜਾਂਦੇ ਆ। ਜਪ ਗੋਬਿੰਦ ਸੰਗੀ ਸਭ ਤਾਰੇ, ਆਪ ਜੀ ਸੰਗਤ ਨੂੰ ਤਾਰ ਦਿੰਦੇ ਹੋ। ਪੋਹਤ ਨਾਹੀ ਪੰਚ ਬਟਵਾਰੇ। ਆ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹ ਜਿਹੜੇ ਹਨ ਸਾਧ ਸੰਗਤ, ਸਤਿਗੁਰੂ ਕਹਿੰਦੇ ਇਹ ਨਹੀਂ ਪਹੁੰਚਦੇ। ਕਿੰਨੂੰ ਨਹੀਂ ਪਹੁੰਚਦੇ? ਜਿਹੜਾ ਵਾਹਿਗੁਰੂ ਨੂੰ ਜਪਦਾ ਹੈ, ਜਿਹੜਾ ਉਹਦੀ ਬੰਦਗੀ ਕਰਦਾ, ਜਿਹੜਾ ਉਹਦੇ ਕੋਲ ਬੈਠਦਾ, ਜਿਹੜਾ ਗੁਰੂ ਅੱਗੇ ਅਰਦਾਸ ਕਰਦਾ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਬਚਾਓ। ਇਹ ਪੀਤਰ ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ। ਜਿਹੜੇ ਵਾਹਿਗੁਰੂ ਦੇ ਨਿਕਟ ਹੋ ਜਾਂਦੇ, ਉਹਨਾਂ ਦੇ ਵਿੱਚੋਂ ਇਹ ਨਿਕਲ ਜਾਂਦੇ ਆ ਪੰਜ ਵਿਕਾਰ। ਸਤਿਗੁਰੂ ਕਹਿੰਦੇ ਇਹ ਪੰਜ ਵਿਕਾਰ ਹੁਣ ਤੰਗ ਨਹੀਂ ਕਰਦੇ, ਜਿਹੜਾ ਗੁਰੂ ਅੱਗੇ ਅਰਦਾਸ ਕਰਦਾ, ਨਾਮ ਜਪਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਧਿਆਉਣਾ ਕਿੱਦਾਂ ਹੈ?
महाराज कहते मन बच क्रम प्रभ एक ध्याए। मन करके, बचन करके ते कर्म करके। मन करके ध्याना इस वाहिगुरू नूं, मन दे विच विकार ना आवे। बचन करके किसी का दिल ना गुरसिख दिखावे, ते कर्म करके अपनी किरत जिहड़ी है वो चंगी करे, गुरु के आशे अनुसार करे। मन करके, बचन करके ते कर्म करके एक प्रभु नूं ध्याए, ध्यावे उहनूं कि जे मन च विकार आया तां भी जाने कि उस वाहिगुरू नूं नेड़े करके जाने विकार चला जाएगा। जे बचन करके किसी नूं माड़ा बोलण लगा, याद रखे कि भाई उहदे विच भी उही अकाल पुरख वसदा। बचन करके भी जिहड़ा विकार ना आवे कोल, बचन करके किसी का दिल ना दुखावे, ते कर्म करके कोई भी काम करदा है उदों भी वाहिगुरू नूं चेते रखे कि वह देख रहा है। कोई भी कर्म कर लगा प्रभ एक ध्याए, एक करके उन्होंने जाने, सर्व फला सोई जन पावे। सतगुर कहते ਜਿਹੜੇ ਸਾਰੇ फल हैं नाम के पदार्थ, वो सारे फल वो मनुख पा लेंदा है ਜਿਹੜਾ वाहिगुरू नूं एक करके ध्याउंदा है। धार अनुग्रह अपना प्रभ कीना। सतगुर कहते ऐसे गुरसिख नूं फिर वो वाहिगुरू कृपा धार के, अनुग्रह दा अर्थ हुंदा है कृपा। सतगुर कहते वो कृपा करके, कृपा धार के प्रभ अपना कीना, वाहिगुरू अपना बना लैंदा इहनूं ਜਿਹੜਾ ਉਹਦੇ ਤੇ अपनी। सतगुरु सच्चे पातशाह जी कहते कृपा करता है ना वाहिगुरू, ਉਹਨੂੰ अपना बना लैंदा है। केवल नाम भगत रस दीना, उस गुरसिख नूं फिर वाहिगुरू का नाम जिहड़ा दृढ़ हो जाता, वाहिगुरू का नाम जपदा है। सतगुरु जी बख्शिश करदे आद मद अंत प्रभ सोई। आद शुरू दे विच, मद इस संसार दे विच होण ते अंत जदों संसार नाश हो जाएगा। अंत प्रभ सोई, उस वाहिगुरू ने रहना है, किसी होर दे अगे अरदास करन दी लोड़ नहीं। मारे कहंदे वो वाहिगुरू सਦੀवी रहेगा, हुण भी है, पहलों भी सी ते हुण अगे भी रहेगा। ਉਹਦੇ अगे गुरसिखा अरदास कर, नानक तिस बिना वरना कोई। उस वाहिगुरू तो बिना होर कोई नहीं है संसार दे विच, ਉਹਦੇ तो बिना होर कोई। ਉਹਦੇ अगे अरदास करिए ताकि साडे विकार नाश हो जाण, पाप नाश हो जाण, तृष्णा खत्म हो जाए। गुरु अगे अरदास करांगे, वाहिगुरू अगे अरदास करांगे, सतगुरु कृपा करेगा, विकार कट देगा। होर किसी के अगे अरदास करना कोई फर्क नहीं पैना। पूरा गुरु वड्डा है, ਉਹਦੇ अगे मारे कहते अरदास करो, वो ऐसी कृपा करेगा क्योंकि ਉਹਦੇ तो बिना होर कोई नहीं है। जे ਉਹਦੇ अगे अरदास करांगे विकार पाप सारे नाश हो जाणगे। सतगुरां ने अज इस पावन शब्द के अंदर सानू यही दसिया है कि गुरसिखो एक जिहड़ा साडा शरीर है ये विकारां दे नाल भरिया है, पापां दे नाल भरिया है, ये मन जाइए। तो जिस दिन मन जावांगे फिर अपने आप अंदरों अरदास निकले कि गुरु जी वाकई जीवन बहुत व्यर्थ जा रहा है, आप जी रहमत करो, दया करो, सानू बचा लो। तो जिस दिन ये अंदरों अरदास निकली फिर वाहिगुरू अपने आप बांह फड़ के अपने नाल मिला लैंदा है। फिर सारे विकार पाप गुरु नाश कर दिंदा है। सतगुरु रहमत करन पावन विचार हिरदे विच वसे, होइयां बेअंत भुल्लां चुकां दी खिमा समाप्ति है जी। बुलाओ फतेह वाहिगुरू।